ਸੁਖਬੀਰ ਬਾਦਲ ਜਿਹਨੂੰ ਮੈਂ ਸਿਰਫ ਇੰਨਾ ਪੁੱਛਣਾ ਚਾਹਾਂਗਾ ਕਿ 3 ਮਹੀਨੇ ਪਹਿਲਾਂ ਤੁਸੀਂ ਕਿੱਥੇ ਸੀ? 3 ਮਹੀਨੇ ਪਹਿਲਾਂ ਤੁਸੀਂ ਇਸੇ ਬੀਜੇਪੀ ਦੇ ਗੋਗੇ ਗਾਉਂਦੇ ਸੀ। ਅੱਜ ਤੁਹਾਡੀ ਜ਼ਮੀਨ ਖਿਸਕੀ ਹੋਈ ਹੈ ਤੇ ਤੁਸੀਂ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਐਸਾਂ ਦੀ ਬਿਆਨਬਾਜ਼ੀ ਕਰੋ, ਤੁਹਾਨੂੰ ਸ਼ੋਭਾ ਨਹੀਂ ਦਿੰਦੀ। ਐਮਪੀ ਵੀ ਜਿਹੜੇ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਦਿੱਲੀ ਦੇ ਵਿੱਚ, ਖਾਸ ਕਰ ਰਵਨੀਤ ਬਿੱਟੂ ਜੀ ਵੀ ਬੈਠੇ ਨੇ, ਉਹ ਵੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਹੈ। ਮੈਂ ਕਾਂਗਰਸ ਦੇ ਐਮਪੀਆਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ 'ਚ ਤੁਰ ਗਏ ਹੋ ਆਪਣੇ ਕਾਨੂੰਨ ਵਾਪਸ ਕਰਨ ਵਾਸਤੇ, ਪਹਿਲਾਂ ਪੰਜਾਬ 'ਚ ਤੇ ਰੱਦ ਕਰਾ ਲਓ। ਇਹ ਤੇ ਇਹਨਾਂ ਨੂੰ ਬਿਹਤਰ ਕਰਨ ਵਾਸਤੇ ਹੈਗੇ ਨੇ ਉਹ ਕਾਨੂੰਨ। ਤੁਸੀਂ ਤਾਂ ਆਲਰੇਡੀ ਪੰਜਾਬ 'ਚ ਕਰਕੇ ਪਹਿਲਾਂ ਆਪਣੇ ਕੈਪਟਨ ਨੂੰ ਤੇ ਜਾ ਕੇ ਕਰ ਲਓ ਕਿ ਕਾਨੂੰਨ ਰੱਦ ਕਰ ਲੈ। ਪੰਜਾਬ 'ਚ ਤੁਸੀਂ ਪਾਸ ਕਰੋ, ਕੇਂਦਰ 'ਚ ਜਾ ਕੇ ਧਰਨੇ ਲਾਉਂਦੇ ਪਏ ਹੋ, ਤਮਾਸ਼ਬੀਨੀ ਨਹੀਂ ਤੇ ਹੋਰ ਕੀ ਹੈ ਇਹ? ਕਿ ਈਵੀਐਮ ਦੇ ਵਿੱਚ ਜਿਹੜਾ ਨੁਕਸਾਨ ਹੈਗਾ, ਸਾਨੂੰ ਵੈਲਿਡ ਪੇਪਰ ਤੇ ਜਿਹੜੀ ਹੈ VOTING ਹੋਣੀ ਚਾਹੀਦੀ ਹੈ। ਨਹੀਂ, ਮੈਨੂੰ ਇੱਕ ਚੀਜ਼ ਦੱਸੋ, ਉਹ ਸਰਕਾਰ ਸਾਡੀ ਤਾਂ ਨਹੀਂ ਰਾਜਸਥਾਨ ਦੇ ਵਿੱਚ? ਅਸ਼ੋਕ ਗਹਿਲੋਟ ਉੱਥੇ ਦੇ ਮੁੱਖ ਮੰਤਰੀ ਹੈ। ਜਿਹੜਾ ਅਸ਼ੋਕ ਗਹਿਲੋਟ ਮੁੱਖ ਮੰਤਰੀ ਹੈ, ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਦੇਖ ਰੇਖ ਦੇ ਵਿੱਚ ਚੁਣਾਵ ਹੋ ਰਿਹਾ, ਉੱਥੇ ਈਵੀਐਮ ਦਾ ਵੀ ਇਸ਼ੂ ਉੱਠੇ ਤੇ ਬੜੀ ਅਫਸੋਸ ਦੀ ਗੱਲ ਹੈ। ਹੱਲ ਜਿਹੜਾ ਉਹ ਹੋ ਸਕਦਾ ਜਾਂ ਨਹੀਂ ਹੋ ਸਕਦਾ? ਨਹੀਂ, ਹੱਲ ਕਿਉਂ ਨਹੀਂ ਨਿਕਲੇਗਾ? ਹੱਲ ਨਿਕਲੇਗਾ, ਅਵश्य ਨਿਕਲੇਗਾ। ਫਰਕ ਸਿਰਫ ਇੰਨਾ ਹੈਗਾ ਕਿ ਸਾਨੂੰ ਯੈਸ ਔਰ ਨੋ ਤੋਂ ਬਾਹਰ ਆਉਣਾ ਪਏਗਾ। ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜਿੰਦਰ ਅਰੋੜਾ। ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦੇ ਵੱਲੋਂ ਪੱਕੇ ਮੋਰਚੇ ਲਗਾਏ ਗਏ ਨੇ। ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਮੀਟਿੰਗਾਂ ਨੇ ਉਹ ਵੀ ਬੇਨਤੀਜਾ ਰਹੀਆਂ ਨੇ। ਆਖਿਰ ਇਹਨਾਂ ਮੀਟਿੰਗਾਂ ਦੇ ਵਿੱਚ ਕੀ ਅਹਿਮ ਮੁੱਦੇ ਨੇ, ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਅਨਿਲ ਸਰੀਨ ਜੀ। ਸਰੀਨ ਸਾਹਿਬ, ਕੀ ਅਹਿਮ ਮੁੱਦੇ ਰਹੇ ਨੇ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਵੱਲ ਹਾਲੇ ਤੱਕ ਜਿਹੜੀ ਸਹਿਮਤੀ ਨਹੀਂ ਬਣ ਪਾਈ? ਸਭ ਨੂੰ ਸਤਿ ਸ਼੍ਰੀ ਅਕਾਲ। ਦੇਖੋ, ਗੱਲਬਾਤ ਚੱਲ ਰਹੀ ਹੈ ਕੇਂਦਰ ਸਰਕਾਰ ਦੀ, ਔਰ ਹੁਣ ਤੱਕ ਕਿਸਾਨ ਜਥੇਬੰਦੀਆਂ ਔਰ ਕੇਂਦਰ ਸਰਕਾਰ ਦੇ 3 ਮੰਤਰੀ ਲਗਾਤਾਰ ਬੈਠੇ ਨੇ, ਔਰ ਅਮਿਤ ਸ਼ਾਹ ਜੀ ਵੀ ਇੱਕ ਵਾਰੀ ਬੈਠੇ ਨੇ, ਔਰ ਲਗਭਗ 6 ਬੈਠਕਾਂ ਹੋਈਆਂ ਨੇ। ਔਰ ਇਹ ਨਹੀਂ ਗਾ ਕਿ ਵੀ ਗਏ ਤੇ ਆ ਗਏ, ਥ੍ਰੈਡ ਬਾਉਂਡ ਡਿਸਕਸ਼ਨ ਹੋਈ ਹੈ। 5-5 6-6 ਘੰਟੇ 7-7 ਘੰਟੇ ਵੀ ਬੈਠਕਾਂ ਚੱਲੀਆਂ ਨੇ। ਕਿਸਾਨਾਂ ਨੇ ਆਪਣੇ ਵਿਸ਼ੇ ਰੱਖੇ ਨੇ, ਸਰਕਾਰ ਨੇ ਆਪਣਾ ਵਿਸ਼ਾ ਰੱਖਿਆ ਹੈਗਾ। ਔਰ ਇਹਨਾਂ ਸਾਰੇ ਮੀਟਿੰਗਾਂ ਦੇ ਬਾਅਦ ਕਿਸਾਨਾਂ ਨੇ ਲਗਭਗ 10 ਇਸ਼ੂਜ਼ ਦੇ ਉੱਤੇ ਆਪਣੇ ਸ਼ੰਕੇ ਜ਼ਾਹਰ ਕੀਤੇ ਸੀ ਨਵੇਂ ਕਾਨੂੰਨਾਂ ਨੂੰ ਲੈ ਕੇ। ਸਰਕਾਰ ਨੇ ਉਹ ਦੱਸੋ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਆਪਣਾ ਮਤ ਰੱਖਿਆ ਹੈਗਾ, ਪ੍ਰਸਤਾਵ ਸਰਕਾਰ ਨੂੰ ਭੇਜਿਆ ਹੈਗਾ। ਔਰ ਨਾਲ ਇਹ ਵੀ ਕਿਹਾ ਹੈਗਾ ਕਿ ਜਿਹੜੇ ਚੀਜ਼ਾਂ ਗੱਲਬਾਤ 'ਚ ਆਈਆਂ ਸੀਗੀਆਂ, ਅਸੀਂ ਉਹਦੇ ਪ੍ਰਸਤਾਵ ਤੁਹਾਨੂੰ ਭੇਜੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ। ਔਰ ਇਹਨਾਂ ਪ੍ਰਸਤਾਵਾਂ ਦੇ ਵਿੱਚ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਇਹਨੂੰ ਠੀਕ ਕਰਨ ਦੀ ਲੋੜ ਹੈ, ਅਸੀਂ ਉਹਦੇ ਵਾਸਤੇ ਵੀ ਤਿਆਰ ਹਾਂ। ਔਰ ਜੇ ਇਹਨਾਂ ਪ੍ਰਸਤਾਵਾਂ ਦੇ ਬਾਅਦ ਵੀ ਕੋਈ ਚੀਜ਼ ਰਹਿ ਗਈ ਹੈ ਤੇ ਅਸੀਂ ਉਹ ਵੀ ਹੱਲ ਕਰਨ ਵਾਸਤੇ ਤਿਆਰ ਹਾਂ। ਜਦੋਂ ਸਰਕਾਰ ਇੰਨੇ ਖੁੱਲ੍ਹੇ ਮਨ ਨਾਲ ਗੱਲ ਕਰ ਰਹੀ ਹੋਵੇ, ਫਿਰ ਉਹ ਸਰਕਾਰ ਜਿਹੜੀ ਕਿਸਾਨਾਂ ਦੀ ਸਰਕਾਰ ਹੈ, ਕਿਸਾਨਾਂ ਦੇ ਵੋਟਾਂ ਨਾਲ ਅਸੀਂ 303 ਸੀਟਾਂ ਲੈ ਕੇ ਆਏ ਹਾਂ, ਸਾਰੇ ਦੇਸ਼ ਦੇ ਕਿਸਾਨਾਂ ਨੇ ਵੋਟ ਪਾਈ ਹੈ। ਤੁਸੀਂ ਜੇ ਕਿਸਾਨਾਂ ਦੀ ਸਰਕਾਰ ਹੁੰਦੀ ਤਾਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪ੍ਰਦਰਸ਼ਨ ਚੱਲ ਰਹੇ ਸੀ, ਉਦੋਂ ਹੀ ਹੱਲ ਹੋ ਜਾਣਾ ਚਾਹੀਦਾ ਸੀ। ਫਿਰ ਦਿੱਲੀ ਗਏ ਕਿਸਾਨ, ਉਹਨਾਂ ਦੀਆਂ ਵੀ 6 ਮੀਟਿੰਗਾਂ ਹੋਈਆਂ ਨੇ, ਕੋਈ ਨਤੀਜਾ ਨਹੀਂ ਆਇਆ। ਦੱਸਦੇ ਹਾਂ ਕਿ ਤੁਸੀਂ ਹੁਣੇ ਹੀ ਦੇਖਿਆ ਹੋਣਾ, ਰਾਜਸਥਾਨ ਦੇ ਵਿੱਚ ਪੰਚਾਇਤਾਂ ਦੇ ਚੁਣਾਵ ਹੋਏ ਨੇ। ਇਹ ਕਾਨੂੰਨ ਆਉਣ ਦੇ ਬਾਅਦ ਹੋਏ ਨੇ। 21 ਦੀ 21 ਪੰਚਾਇਤ ਸਮਿਤੀਆਂ ਦੇ ਉੱਤੇ, ਜ਼ਿਲ੍ਹਾ ਪਰਿਸ਼ਦ ਦੀ ਸੀਟਾਂ ਦੇ ਉੱਤੇ ਬੀਜੇਪੀ ਜੇਤੂ ਹੋਈ ਹੈ। 4300 ਦੇ ਵਿੱਚੋਂ ਦੀ 1990 ਪੰਚਾਇਤਾਂ ਦੇ ਚੁਣਾਵ ਬੀਜੇਪੀ ਨੇ ਜਿੱਤੇ ਨੇ। 606 ਜ਼ਿਲ੍ਹਾ ਸੀਟਾਂ ਦੇ ਵਿੱਚੋਂ 383 ਜਿਹੜੀਆਂ ਹੈਗੀਆਂ ਨੇ ਉਹ ਬੀਜੇਪੀ ਨੇ ਜਿੱਤੀਆਂ ਨੇ। ਤੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਬੀਜੇਪੀ ਕਿਸਾਨਾਂ ਦਾ? ਈਵੀਐਮ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਹੁਣ ਵਿਪਕਸ਼ੀ ਪਾਰਟੀਆਂ ਤੋਂ ਇਲਾਵਾ ਕਿਸਾਨ ਵੀ ਕਹਿੰਦੇ ਨੇ ਕਿ ਈਵੀਐਮ ਦੇ ਵਿੱਚ ਜਿਹੜਾ ਨੁਕਸਾਨ ਹੈਗਾ, ਸਾਨੂੰ ਵੈਲਿਡ ਪੇਪਰ ਤੇ ਜਿਹੜੀ ਹੈ VOTING ਹੋਣੀ ਚਾਹੀਦੀ ਹੈ। ਨਹੀਂ, ਮੈਨੂੰ ਇੱਕ ਚੀਜ਼ ਦੱਸੋ, ਉਹ ਸਰਕਾਰ ਸਾਡੀ ਤਾਂ ਨਹੀਂ ਰਾਜਸਥਾਨ ਦੇ ਵਿੱਚ? ਅਸ਼ੋਕ ਗਹਿਲੋਟ ਉੱਥੇ ਦੇ ਮੁੱਖ ਮੰਤਰੀ ਹੈ। ਜਿਹੜਾ ਅਸ਼ੋਕ ਗਹਿਲੋਟ ਮੁੱਖ ਮੰਤਰੀ ਹੈ, ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਦੀ ਦੇਖ ਰੇਖ ਦੇ ਵਿੱਚ ਚੁਣਾਵ ਹੋ ਰਿਹਾ, ਉੱਥੇ ਈਵੀਐਮ ਦਾ ਵੀ ਇਸ਼ੂ ਉੱਠੇ ਤੇ ਬੜੀ ਅਫਸੋਸ ਦੀ ਗੱਲ ਹੈ। ਕਾਂਗਰਸ ਦੀ ਸਰਕਾਰ, ਕਾਂਗਰਸ ਦੇ ਮੰਤਰੀ, ਕਾਂਗਰਸ ਦੇ ਅਫਸਰ, ਇਹ ਤੇ ਸੈਂਟਰਲ ਦਾ ਕੋਈ ਹੈ ਹੀ ਨਹੀਂ, ਦਖਲ ਹੀ ਹੈ ਨਹੀਂ। ਉੱਥੇ ਜੇ ਹਾਰ ਜਾਵੇ, ਸੋ ਇੱਕ ਫੈਸ਼ਨ ਬਣ ਗਿਆ ਕਿ ਜਦੋਂ ਤੇ ਹਾਰ ਜਾਓ ਉਦੋਂ ਈਵੀਐਮ ਨੂੰ ਬਲੇਮ ਕਰ ਦਿਓ, ਜਦੋਂ ਜਿੱਤ ਜਾਓ ਉਦੋਂ ਚੁੱਪ। ਪੰਜਾਬ ਦੇ ਫਿਰ ਜੇ ਈਵੀਐਮ ਦੇ ਉੱਤੇ ਸੀਗਾ ਤਾਂ ਪੰਜਾਬ 'ਚ ਕੈਪਟਨ ਦੀ ਸਰਕਾਰ ਕਿਵੇਂ ਬਣ ਗਈ? ਦਿੱਲੀ 'ਚ ਕੇਜਰੀਵਾਲ 2 ਵਾਰੀ ਸਰਕਾਰ ਕਿਵੇਂ ਬਣਾ ਗਿਆ? ਮੈਨੂੰ ਦੱਸੋ ਨਾ। ਸੋ ਇਹ ਤੇ ਕਿਵੇਂ ਫੈਸ਼ਨ ਬਣ ਗਿਆ ਕਿ ਹਰ ਗੱਲ ਦੇ ਉੱਤੇ ਜਿਹੜਾ ਹੈਗਾ ਅਸੀਂ ਉਹਨੂੰ ਕਰਨਾ ਹੈਗਾ। ਸੋ ਇਸ ਕਰਕੇ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਗਾ। ਐਵੇਂ ਬੇਤੁਕਾ ਇਸ਼ੂ ਹੈਗਾ।
ਹੁਣ ਕਿਸਾਨੀ ਮਾਮਲਿਆਂ ਤੇ ਕੀ ਹੱਲ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਤੁਸੀਂ ਪ੍ਰਵਕਤਾ ਹੈਗੇ ਹੋ, ਸੀਨੀਅਰ ਲੀਡਰ ਹੋ, ਬੀਜੇਪੀ ਦੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਵੀ ਹੋ, ਤੁਸੀਂ ਸਾਰਾ ਕੁਝ ਦੇਖਦੇ ਹੋ। ਤੁਹਾਡੇ ਜਿਹੜੇ ਕਿਸਾਨ ਜਥੇਬੰਦੀਆਂ ਵੀ ਨੇ ਲਗਾਤਾਰ ਸੰਘਰਸ਼ ਕਰ ਰਹੀਆਂ ਨੇ, ਤੁਹਾਡੇ ਤੱਕ ਵੀ ਗੱਲਾਂ ਪਹੁੰਚਦੀਆਂ ਨੇ ਕਿ ਮੁੱਦਿਆਂ ਤੇ ਹੱਲ ਜਿਹੜਾ ਉਹ ਹੋ ਸਕਦਾ ਜਾਂ ਨਹੀਂ ਹੋ ਸਕਦਾ। ਨਹੀਂ, ਹੱਲ ਕਿਉਂ ਨਹੀਂ ਨਿਕਲੇਗਾ? ਹੱਲ ਨਿਕਲੇਗਾ, ਅਵश्य ਨਿਕਲੇਗਾ। ਫਰਕ ਸਿਰਫ ਇੰਨਾ ਹੈਗਾ ਕਿ ਸਾਨੂੰ ਯੈਸ ਔਰ ਨੋ ਤੋਂ ਬਾਹਰ ਆਉਣਾ ਪਏਗਾ। ਜਿਹੜੀ ਵੀ ਕੋਈ ਇਸ਼ੂ ਹੈਗਾ, ਹਿੰਦੁਸਤਾਨ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਯਾਰ, ਕੋਈ ਬਾਹਰੋਂ ਆਏ ਨੇ, ਤੁਸੀਂ ਵੋਟਾਂ ਪਾ ਕੇ ਜਿਤਾਇਆ ਤਾਂ ਅਸੀਂ ਤੁਹਾਨੂੰ ਕਿਵੇਂ ਭੁੱਲ ਸਕਦੇ ਹਾਂ? ਅਸੀਂ ਕਿਵੇਂ ਤੁਹਾਡੇ ਨਾਲ ਕੋਈ ਨਾਇਨਸਾਫੀ ਕਰ ਸਕਦੇ ਹਾਂ? ਕਿਸਾਨਾਂ ਦੀ ਪਾਰਟੀ ਕਿਸਾਨਾਂ ਦੇ ਹਿੱਤ ਲਈ ਕੰਮ ਕਰਦੀ ਪਈ ਹੈ। ਤੁਸੀਂ ਦੇਖੋ ਤੁਸੀਂ 6 ਸਾਲਾਂ 'ਚ ਕਿਸਾਨਾਂ ਵਾਸਤੇ ਕੀ ਕੁਛ ਕੀਤਾ। ਹਰ ਸਾਲ 75,000 ਕਰੋੜ ਰੁਪਈਆ ਕਿਸਾਨਾਂ ਨੂੰ ਜਿਹੜਾ ਹੈਗਾ ਵਾ 6,000 ਰੁਪਏ 10 ਕਰੋੜ 35 ਲੱਖ ਤੋਂ ਵੱਧ ਕਿਸਾਨਾਂ ਨੂੰ ਜਿਹੜਾ ਹੈਗਾ ਹਰ ਸਾਲ 6,000 ਰੁਪਈਆ ਸਿੱਧੇ ਉਹਨਾਂ ਦੇ ਖਾਤੇ 'ਚ ਪਾ ਰਹੀ ਹੈ, ਇੱਕ ਐਡੀਸ਼ਨਲ ਉਹਨਾਂ ਨੂੰ ਮਦਦ ਕਰਨ ਵਾਸਤੇ। ਕਿਹੜੀ ਸਰਕਾਰ ਨੇ ਕੀਤਾ? ਫਰਟੀਲਾਈਜ਼ਰ ਤੇ ਡਾਂਗਾ ਪੈਂਦੀਆਂ ਸੀ ਕਿਸਾਨਾਂ ਦੇ, ਜਦੋਂ ਦੀ ਬੀਜੇਪੀ ਦੀ ਸਰਕਾਰ ਹੈ ਇੱਕ ਡਾਂਗ ਚੱਲਦੀ ਦੇਖੀ? ਫਰਟੀਲਾਈਜ਼ਰ ਦੀ ਕਮੀ ਦੇਖੀ ਤੁਸੀਂ? ਫਸਲ ਚੱਕਣ ਦਾ ਸਵਾਲ ਸੀਗਾ, ਕਿਸਾਨ 4-4 ਦਿਨ ਮੰਡੀਆਂ 'ਚ ਬੈਠਾ ਰਹਿੰਦਾ ਸੀਗਾ। ਹੁਣ ਆਉਂਦਾ ਘੰਟੇ 'ਚ ਵਿਹਲਾ ਹੋ ਕੇ ਕਿਸਾਨ ਜਾਂਦਾ। ਫਸਲਾਂ ਖਰਾਬ ਹੋ ਜਾਂਦੀਆਂ ਸੀ, ਕਿਸਾਨ ਨੂੰ ਕੁਝ ਮਿਲਦਾ ਨਹੀਂ ਸੀਗਾ। 50% ਹੋਊਗੀ ਫਸਲ ਤੇ ਤਾਂ ਕਰਾਂਗੇ, 30% ਜੇ ਫਸਲ ਖਰਾਬ ਹੋ ਜਾਵੇ ਤਾਂ ਪੂਰੀ ਦੀ ਪੂਰੀ ਕੰਪਨਸੇਸ਼ਨ ਫਸਲ ਬੀਮਾ ਯੋਜਨਾ 'ਚ ਉਹਨਾਂ ਨੂੰ ਮਿਲਦੀ ਹੈ। ਕਿਸਾਨ ਕਾਰਡ ਕੋਈ ਸੋਚਿਆ ਸੀ? ਆਪਾਂ ਆਦਮੀ ਦਾ ਤੇ ਹੈਲਥ ਕਾਰਡ ਬਣਦਾ ਦੇਖਿਆ ਕਦੀ? ਜ਼ਮੀਨ ਦਾ ਵੀ ਹੈਲਥ ਕਾਰਡ ਬਣਦਾ ਸੋਚਿਆ ਸੀ ਤੁਸੀਂ ਕਦੀ? ਸੋਇਲ ਹੈਲਥ ਕਾਰਡ ਬਣਾ ਕੇ ਦਿੱਤੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਜਿਹੜੀ ਜ਼ਮੀਨ ਹੈਗੀ ਹੈ ਉਹ 'ਚ ਕਿਹੜੀ ਫਸਲ ਅੱਛੀ ਉਪਜ ਹੋ ਸਕਦੀ ਹੈ। ਕਿਸਾਨਾਂ ਦੇ ਵਾਸਤੇ ਲੋਨ ਜਿਹੜਾ ਹੈਗਾ ਵਾ, ਤੁਸੀਂ ਕਦੇ ਸੋਚਿਆ 1 ਲੱਖ ਰੁਪਏ ਦਾ ਕਿਸਾਨ ਨੂੰ ਲੋਨ ਇੰਟਰਸਟ ਫ੍ਰੀ ਮਿਲ ਜਾਏ ਕਿ ਅੱਜ ਫਸਲ ਬੀਜਣੀ ਹੈ, ਤੁਸੀਂ 1 ਲੱਖ ਰੁਪਏ ਦਾ ਲੋਨ ਲੈ ਲਓ, ਫਸਲ ਵੇਚੋ, ਉਹ ਵਾਪਸ ਕਰ ਦਿਓ ਤੇ ਤੁਹਾਨੂੰ ਕੋਈ ਵਿਆਜ ਨਹੀਂ ਲੱਗੂਗਾ। ਇਸੇ ਸਰਕਾਰ ਨੇ ਭੇਜਿਆ। 3% ਵਿਆਜ ਦੀ ਸਬਸਿਡੀ ਇਸੇ ਸਰਕਾਰ ਨੇ ਦਿੱਤੀ ਹੈ। ਮੈਂ ਹੋਰ ਗਿਣਾਉਣ ਲੱਗਾ ਤੇ ਬਹੁਤ ਕੁਝ ਹੋਏਗਾ। MSP 1.5 ਗੁਣਾ ਤੋਂ ਵੱਧ MSP ਜਿਹੜੀ ਹੈਗੀ ਹੁਣ ਤੱਕ ਸਾਰੀਆਂ ਫਸਲਾਂ ਤੇ ਹੋ ਚੁੱਕੀ ਹੈ। ਇਸ ਤੋਂ ਵਧੀਆ ਸਰਕਾਰ ਕਿਹੜੀ ਹੋ ਸਕਦੀ ਕਿਸਾਨਾਂ ਦੀ? ਸਾਹਿਬ, ਜੇ ਬੀਜੇਪੀ ਸਰਕਾਰ ਤੁਹਾਡੀ ਕਿਸਾਨਾਂ ਦੀ ਹਿਤੈਸ਼ੀ ਆ ਤੇ ਜੇ ਕਾਨੂੰਨ ਨੂੰ ਕਹਿੰਦੇ ਵਾਪਸ ਲੈ ਲਓ ਤੇ ਫਿਰ ਵਾਪਸ ਲੈ ਲੈਣਾ ਚਾਹੀਦਾ। ਦੇਖੋ ਫਰਕ ਹੈਗਾ। ਇਹ ਕਿਸਾਨ ਜਿਹੜੇ ਹੈਗੇ ਨੇ, ਇਹ ਇਸ਼ੂ ਜਿਹੜੇ ਹੈਗੇ ਨੇ, ਉਹ ਜਿਹੜੇ ਕਾਨੂੰਨ ਲਿਆਂਦੇ ਗਏ ਨੇ, ਕਿਸਾਨ ਦੇਖੋ ਮੈਨੂੰ ਇੱਕ ਚੀਜ਼ ਜਵਾਬ ਦਿਓ, ਆਪਣਾ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਦਾ? ਕੋਈ ਮਨਾ ਕਰ ਸਕਦਾ ਇਸ ਗੱਲ ਨੂੰ? ਅੱਜ ਆਪਾਂ ਸਾਰੇ ਕਹਿੰਦੇ ਸੀਗੇ ਕਿ ਕਿਸਾਨ ਬਦਹਾਲੀ 'ਚ ਹੈ। 70 ਸਾਲਾਂ 'ਚ ਇਸ ਕਾਂਗਰਸ ਨੇ ਕਿਸਾਨ ਨੂੰ ਇੱਕ ਵੋਟ ਬੈਂਕ ਦੀ ਰਾਜਨੀਤੀ ਨਾਲ ਇਸਤੇਮਾਲ ਕੀਤਾ। ਅਸੀਂ ਕਿਸਾਨ ਦੇ ਜੀਵਨ ਪੱਧਰ ਨੂੰ ਉੱਪਰ ਚੱਕਣ ਦਾ ਕੰਮ ਕੀਤਾ। ਇਹ ਜਿਹੜੇ 3 ਕਾਨੂੰਨ ਆਏ ਨੇ, ਇਹਨਾਂ ਨਾਲ ਕਿਸਾਨ ਆਪਣੀ ਫਸਲ ਇੱਕ ਵਪਾਰ ਤੌਰ ਤੇ ਵੇਚ ਸਕਦਾ, ਜਿਹਨੂੰ ਚਾਹੇ ਵੇਚ ਸਕਦਾ, ਜਿੱਥੇ ਚਾਹੇ ਵੇਚ ਸਕਦਾ, ਦੇਸ਼ 'ਚ ਵੇਚ ਸਕਦਾ, ਦੇਸ਼ ਦੇ ਬਾਹਰ ਵੇਚ ਸਕਦਾ, ਪੰਜਾਬ ਦੇ ਬਾਹਰ ਵੇਚ ਸਕਦਾ। ਉਹਨੂੰ ਇਸ ਕਾਨੂੰਨਾਂ ਰਾਹੀਂ ਇਹ ਪਤਾ ਲੱਗ ਜਾਏਗਾ ਕਿ ਅੱਜ ਮੈਂ ਫਸਲ ਬੀਜਣ ਲੱਗਾ ਵੀ ਮੈਨੂੰ ਘੱਟੋ ਘੱਟ 10 ਰੁਪਏ, ਉਦਾਹਰਨ ਲਈ ਲੈ ਲਈਏ ਆਲੂ, ਕਿ ਮੈਂ ਜਦੋਂ ਮੇਰੀ ਜਿਹੜੀ ਹੈਗੀ ਆ ਫਸਲ ਹੋਏਗੀ, ਮੈਨੂੰ 10 ਰੁਪਏ ਕਿਲੋ ਦਾ ਆਲੂ ਵਿਕੇਗਾ, ਚਾਹੇ ਉਸ ਵੇਲੇ ਰੇਟ 5 ਰੁਪਏ ਹੋਵੇ ਭਾਵੇਂ ਵੱਧ ਹੋਵੇ। ਹਾਂ, ਜੇ ਵੱਧ ਹੈਗਾ ਤੇ ਉਹਦੇ ਵਿੱਚੋਂ ਉਹ ਐਗਰੀਮੈਂਟ ਵੇਲੇ ਉਹਦੇ ਨਾਲ ਕਰ ਸਕਦਾ ਹੈ ਕਿ ਜੇ ਵੱਧ ਹੋਏਗਾ ਤਾਂ ਮੈਨੂੰ ਇੰਨੇ % ਉਹ 'ਚੋਂ ਬੋਨਸ ਦੇਣਾ ਪਊ ਤੈਨੂੰ। ਉਹਦੀ ਜ਼ਮੀਨ ਤੇ ਕੋਈ ਭਾਰ ਨਹੀਂ, 3 ਦਿਨ ਦੇ ਵਿੱਚ ਪੇਮੈਂਟ ਹੋਏਗੀ। ਫਿਰ ਵੀ ਜਿਹੜੇ ਵੀਰ ਨੂੰ ਲੱਗਦਾ ਹੈ, ਮੇਰੇ ਕਿਸਾਨ ਵੀਰ ਨੂੰ ਲੱਗਦਾ ਕਿ ਇਹ ਕਾਨੂੰਨ ਜਿਹੜੇ ਹੈਗੇ ਨੇ ਉਹਨੂੰ ਨਹੀਂ ਲਾਭ ਚਾਹੀਦੇ, ਤੇ ਨਾਲ ਉਹਦਾ ਅਡਾਪਟ ਕਰੋ ਨਾ, ਕੋਈ ਕੰਪਲਸ਼ਨ ਤਾਂ ਹੈ ਨਹੀਂ। ਇਹਦੇ ਵਿੱਚ ਤੇ ਖੁੱਲਾ ਹੈ ਕਿ ਤੁਸੀਂ ਪੁਰਾਣੇ ਸਿਸਟਮ 'ਚ ਰਹਿਣਾ ਚਾਹੁੰਦੇ ਹੋ, ਪੁਰਾਣੇ ਸਿਸਟਮ 'ਚ ਰਹਿ ਲਓ। ਨਵੇਂ ਕਾਨੂੰਨਾਂ ਦਾ ਵਪਾਰ ਕਰਨਾ ਚਾਹੁੰਦੇ ਹੋ, ਖੇਤੀ ਕਰਨਾ ਚਾਹੁੰਦੇ ਹੋ, ਉਹਦੇ ਹਿਸਾਬ ਨਾਲ ਕਰ ਲਓ। ਇਹ 'ਚ ਗੁੱਸਾ ਕਿਸ ਗੱਲ ਦਾ ਹੋਇਆ? ਜਾਂ ਤਾਂ ਹੋਵੇ ਨਾ ਕਿ ਤੁਹਾਡੇ ਕੋਲ ਪਿਛਲਾ ਸਿਸਟਮ ਖੋਹ ਲਿਆ ਹੋਵੇ, ਉਹ ਬੰਦ ਕਰਤਾ ਹੋਵੇ, ਉਹ ਤੇ ਐ ਸੱਚ ਚੱਲ ਰਿਹਾ ਜਿਹੜਾ ਪੂਰੇ ਪੰਜਾਬ ਹੀ ਨਹੀਂ, ਵੱਖ-ਵੱਖ ਸਟੇਟਾਂ ਦੇ ਕਿਸਾਨ ਇਸ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਆਏ ਆ। ਕੋਈ ਇੱਕ ਕਿਸਾਨ ਹੋਵੇ ਤਾਂ ਮੰਨ ਲਈਏ ਕਿ 1-2 ਕਿਸਾਨ ਹੈਗੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਬਾਰਡਰਾਂ ਤੇ ਧਰਨਿਆਂ ਤੇ ਬੈਠੇ ਨੇ। ਜੇ ਕੋਈ ਉਹਨਾਂ ਦੀ ਡਿਮਾਂਡ ਹੈਗੀ ਹੈ ਤੇ ਉਹਨਾਂ ਦੀ ਮੰਨ ਲੈਣੀ ਚਾਹੀਦੀ ਹੈ। ਮੈਂ ਤੇ ਕਹਿ ਰਿਹਾ ਹਿੰਦੁਸਤਾਨ ਦੀ ਸਰਕਾਰ ਤੇ ਖੁੱਲੇ ਮਨ ਨਾਲ ਉਹਨਾਂ ਦੀ ਡਿਮਾਂਡ ਮੰਨਦੀ ਪਈ ਹੈ ਬਈ। ਉਹਨਾਂ ਨੇ ਜਿੰਨੇ ਸ਼ੰਕੇ ਜ਼ਾਹਰ ਕੀਤੇ ਉਹ ਸਾਰੇ ਅਸੀਂ ਕਰ ਲਏ। ਜੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ, ਅਸੀਂ ਉਹਨਾਂ ਦਾ ਭੇਜਿਆ ਨਾ ਪ੍ਰਸਤਾਵ, ਉਹਨੇ 10 ਅਸੀਂ ਤਾਂ ਕਹਿੰਦੇ ਹੋਰ ਵੀ ਯਾਰ ਕੋਈ ਸ਼ੱਕ ਹੈਗਾ ਉਹ ਵੀ ਦੱਸੋ, ਅਸੀਂ ਉਹ ਵੀ ਨਿਪਟਾਉਣ ਨੂੰ ਤਿਆਰ ਹੈਗੇ ਹਾਂ। ਜੇ ਉਹਨਾਂ ਦੀ ਸਰਕਾਰ ਹੈ ਬਈ, ਕਿਸਾਨਾਂ ਦੀ ਸਰਕਾਰ ਹੈ, ਕਿਸਾਨ ਹਿੱਤ ਦੀ ਸਰਕਾਰ ਹੈ, ਤੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰੂਗੀ, ਇਹ ਕਿਵੇਂ ਹੋ ਸਕਦਾ? ਮੋਦੀ ਸਾਹਿਬ ਤੇ ਕਿਸਾਨਾਂ ਨਾਲ ਪਿਆਰ ਹੀ ਬੜਾ ਕਰਦੇ ਨੇ, ਕਿਸਾਨਾਂ ਵਾਸਤੇ ਕੰਮ ਕਰਦੇ ਪਏ ਨੇ। ਮੀਟਿੰਗਾਂ ਤਾਂ ਬੇਨਤੀਜਾ ਰਹੀਆਂ ਜੀ, ਜਿੰਨੀਆਂ ਵੀ 6 ਮੀਟਿੰਗਾਂ ਹੋਈਆਂ ਨੇ, ਆ ਹੁਣ ਵੀ ਮੀਟਿੰਗ ਹੋਣੀ ਹੈ। ਹੁਣ ਲੱਗਦਾ ਤੁਹਾਨੂੰ ਕੋਈ ਹੱਲ ਨਿਕਲ ਪਾਊਗਾ? ਬਿਲਕੁਲ। ਗੱਲ ਮੇਰੀ ਇੱਕ ਬੇਨਤੀ ਹੈ ਕਿਸਾਨ ਵੀਰਾਂ ਨੂੰ ਵੀ, ਜਥੇਬੰਦੀਆਂ ਵਾਲਿਆਂ ਨੂੰ ਵੀ, ਕਿ ਹਰ ਸਮੱਸਿਆ ਦਾ ਹੱਲ ਟੇਬਲ ਤੇ ਬੈਠ ਕੇ ਹੁੰਦਾ। ਤੁਸੀਂ ਜਿਹੜੀ ਵੀ ਸਮੱਸਿਆ ਦੱਸੋਗੇ, ਮੋਦੀ ਸਰਕਾਰ ਉਹ ਸਮੱਸਿਆ ਦਾ ਹੱਲ ਕਰੇਗੀ। ਲੇਕਿਨ ਆ ਯੈਸ ਨੋ ਜਿਹੜਾ ਸਿਸਟਮ ਹੈ ਨਾ ਜੀ, ਇਹਦੇ ਨਾਲ ਕਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਕਿ ਹਾਂ ਕਰੋ ਜਾਂ ਨਾ ਕਰੋ। ਫਿਰ ਤੇ ਵਾਰਤਾ ਕਿਸ ਗੱਲ ਦੀ ਹੋਈ?
ਵਾਰਤਾ ਨਾਲ ਕੋਈ ਸਮੱਸਿਆ ਹੋਵੇ, ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਚੁਣ ਕੇ ਭੇਜਿਆ, ਤੁਹਾਡਾ ਆਦਰ ਸਤਿਕਾਰ ਕਰਦੇ ਮੋਦੀ ਜੀ, ਸਾਰੀ ਸਰਕਾਰ ਤੁਹਾਡੀ ਆਪਣੀ ਹੈ, ਤੇ ਤੁਸੀਂ ਜਿਹੜੀ ਵੀ ਸ਼ੰਕਾ ਰੱਖੋਗੇ ਉਹਦਾ ਸਮਾਧਾਨ ਹੋਏਗਾ, ਕੀਤਾ ਹੈ, ਅੱਗੇ ਵੀ ਕਰਾਂਗੇ। ਹੋਰ ਕੋਈ ਰਹਿ ਗਿਆ ਉਹ ਵੀ ਦੱਸੋ, ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ। ਸੋ ਇਹਨਾਂ ਚੀਜ਼ਾਂ ਦੇ ਨਾਲ ਇਹ ਮੇਰੀ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਆਪਾਂ ਅੜੀ ਦਾ ਰਹੀਏ ਛੱਡੀਏ। ਸਾਹਿਬ ਕਦੋਂ ਤੱਕ ਹੱਲ ਹੋਊਗਾ? ਠੰਡ 'ਚ ਬੈਠੇ ਨੇ ਕਿਸਾਨ, ਲਗਾਤਾਰ ਗੱਲ ਕਰੀਏ ਤਾਂ ਕੜਕਦੀ ਠੰਡ ਹੈ, ਰੋਡ ਦੇ ਉੱਤੇ ਸੜਕਾਂ ਦੇ ਉੱਤੇ ਕਿਸਾਨ ਬੈਠੇ ਨੇ, ਉਹ ਰੋਜ਼ ਸੋਚਦੇ ਨੇ ਕੋਈ ਨਾ ਕੋਈ ਮੀਟਿੰਗ ਹੋਵੇ ਤਾਂ ਸਾਡਾ ਕੋਈ ਹੱਲ ਹੋਵੇ। ਬੀਜੇਪੀ ਵੱਲੋਂ ਮੀਟਿੰਗ 'ਚ ਕੋਈ ਦੇਰੀ ਨਹੀਂ, ਕਿਸਾਨ ਜਥੇਬੰਦੀਆਂ ਜਦੋਂ ਕਹਿਣਗੀਆਂ ਕੇਂਦਰ ਸਰਕਾਰ ਉਦੋਂ ਮੀਟਿੰਗ ਵਾਸਤੇ ਤਿਆਰ ਹੈ। ਪਿਛਲੀਆਂ ਮੀਟਿੰਗਾਂ ਦੇ ਵਿੱਚ ਜੋ ਇਹਨਾਂ ਨੇ ਸ਼ੰਕੇ ਦੱਸੇ ਸੀ ਉਹਦੇ ਸਮੱਸਿਆਵਾਂ ਦਾ ਹੱਲ ਕਰਕੇ ਇਹਨਾਂ ਕੋਲ ਪ੍ਰਸਤਾਵ ਭੇਜੇ ਹੋਏ ਨੇ, ਇਹ ਆਪਣਾ ਦੱਸ ਦੇਣ ਕੀ ਕਰਨਾ ਤੇ ਆਪਾਂ ਉਹਦੇ ਹਿਸਾਬ ਨਾਲ ਉਹ ਹੋ ਜਾਏਗਾ ਜੀ। ਇਹ ਹੁਣ ਤਾਂ ਇਹਨਾਂ ਨੇ ਦੱਸਣਾ ਕਦੋਂ ਮੀਟਿੰਗ ਬੈਠਣੀ, ਕੱਲ੍ਹ ਕੱਢਣਗੇ, ਕੱਲ੍ਹ ਕੇਂਦਰੀ ਮੰਤਰੀ ਬੈਠ ਜਾਣਗੇ ਇਹਨਾਂ ਨਾਲ, ਕੋਈ ਇਸ਼ੂ ਹੀ ਨਹੀਂਗਾ। ਅੱਜ ਵੀ ਕੇਂਦਰੀ ਮੰਤਰੀਆਂ ਦੀ ਬੈਠਕ ਚੱਲ ਰਹੀ ਹੈ, ਕੀ ਲੱਗਦਾ ਹੱਲ ਹੋ ਪਾਊਗਾ? ਕਿਉਂਕਿ ਪ੍ਰਧਾਨ ਮੰਤਰੀ ਮੋਦੀ ਖੁਦ ਇਸ ਮੀਟਿੰਗ ਨੂੰ ਸੰਬੋਧਨ ਕਰ ਰਹੇ ਨੇ ਨਾਲ। ਦੇਖੋ ਇਹ ਮੰਤਰੀਆਂ ਦੀਆਂ ਬੈਠਕਾਂ ਚੱਲਦੀਆਂ ਰਹਿੰਦੀਆਂ ਨੇ, ਮੈਂ ਉਹਦੇ ਨਾਲ ਲਿੰਕ ਨਹੀਂ ਇਹਨੂੰ ਕਰਦਾ ਹੈਗਾ, ਲੇਕਿਨ ਇਹ ਗੱਲ ਦੱਸਦੇ ਹਾਂ ਕਿ ਇਹ ਸਰਕਾਰ ਕਿਸਾਨ ਹਿਤੈਸ਼ੀ ਹੈ, ਕਿਸਾਨ ਦੇ ਹਿੱਤਾਂ ਲਈ ਕੰਮ ਕਰਦੀ ਹੈ। ਇਸ ਕਰਕੇ ਕਿਸਾਨਾਂ ਦੀ ਜੋ ਵੀ ਸਮੱਸਿਆ ਹੋਏਗੀ, ਜਿਹੜੀ ਵੀ ਜੈਨੂਇਨ ਸਮੱਸਿਆ ਹੋਏਗੀ, ਇਹ ਸਰਕਾਰ ਉਸ ਨੂੰ ਦੂਰ ਕਰੇਗੀ, ਕਰਨ ਵਾਸਤੇ ਵਚਨਬੱਧ ਹੈ, ਕਰਨ ਵਾਸਤੇ ਤਿਆਰ ਹੈ। ਐਮਪੀ ਵੀ ਜਿਹੜੇ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਦਿੱਲੀ ਦੇ ਵਿੱਚ, ਖਾਸ ਕਰ ਰਵਨੀਤ ਬਿੱਟੂ ਜੀ ਵੀ ਬੈਠੇ ਨੇ, ਉਹ ਵੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਹੈ। ਮੈਂ ਕਾਂਗਰਸ ਦੇ ਐਮਪੀਆਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਦਿੱਲੀ 'ਚ ਤੁਰ ਗਏ ਹੋ ਆਪਣੇ ਕਾਨੂੰਨ ਵਾਪਸ ਕਰਨ ਵਾਸਤੇ, ਪਹਿਲਾਂ ਪੰਜਾਬ 'ਚ ਤੇ ਰੱਦ ਕਰਾ ਲਓ। 2006 'ਚ ਤੁਹਾਡੀ ਸਰਕਾਰ ਸੀ ਜਿਹਨੇ ਪ੍ਰਾਈਵੇਟ ਮਾਰਕੀਟ ਦੀ ਇਜਾਜ਼ਤ ਦਿੱਤੀ। 2017 ਦੇ ਵਿੱਚ ਤੁਹਾਡੇ ਮੈਨੀਫੈਸਟੋ 'ਚ ਕੀ ਲਿਖਿਆ ਸੀਗਾ? 2017 ਦੇ ਵਿੱਚ ਤੁਸੀਂ APMC ਐਕਟ ਅਮੈਂਡ ਕੀਤਾ ਕਿ ਨਹੀਂ ਕੀਤਾ? ਉਹ 'ਚ ਸੀਜ਼ਨਲ ਮਾਰਕੀਟ ਯਾਰਡ, ਸਪੈਸ਼ਲ ਮਾਰਕੀਟ ਯਾਰਡ, ਪ੍ਰਾਈਵੇਟ ਮੰਡੀ, ਡਾਇਰੈਕਟ ਮਾਰਕੀਟਿੰਗ, ਈ ਮਾਰਕੀਟਿੰਗ, ਤੁਸੀਂ ਕੀ ਕੁਛ ਨਹੀਂ ਉਹਦੇ 'ਚ ਕੀਤਾ। ਜੋ ਕੇਂਦਰ ਦੇ ਬਿੱਲਾਂ 'ਚ ਹੈਗਾ ਉਹ ਤੁਸੀਂ ਪੰਜਾਬ 'ਚ ਪਹਿਲਾਂ ਲਾਗੂ ਕਰਕੇ ਬੈਠੇ ਹੋ। 2013 ਦੇ ਵਿੱਚ ਅਕਾਲੀ ਸਰਕਾਰ ਨੇ ਕੰਟਰੈਕਟ ਫਾਰਮਿੰਗ ਲਾਗੂ ਕੀਤੀ ਹੋਈ ਹੈ। ਇਹ ਤੇ ਇਹਨਾਂ ਨੂੰ ਬਿਹਤਰ ਕਰਨ ਵਾਸਤੇ ਹੈਗੇ ਨੇ ਉਹ ਕਾਨੂੰਨ। ਤੁਸੀਂ ਤਾਂ ਆਲਰੇਡੀ ਪੰਜਾਬ 'ਚ ਕਰਕੇ ਪਹਿਲਾਂ ਆਪਣੇ ਕੈਪਟਨ ਨੂੰ ਤੇ ਜਾ ਕੇ ਕਰ ਲਓ ਕਿ ਕਾਨੂੰਨ ਰੱਦ ਕਰ ਲੈ। ਪੰਜਾਬ 'ਚ ਤੁਸੀਂ ਪਾਸ ਕਰੋ, ਕੇਂਦਰ 'ਤੇ ਜਾ ਕੇ ਧਰਨੇ ਲਾਉਂਦੇ ਪਏ ਹੋ, ਤਮਾਸ਼ਬੀਨੀ ਨਹੀਂ ਤੇ ਹੋਰ ਕੀ ਹੈ ਇਹ ਸਿਰਫ ਰਾਜਨੀਤੀ ਕਰ ਰਹੇ ਨੇ। ਪੰਜਾਬ 'ਚ ਪੁੱਛਦਾ ਕੋਈ ਨਹੀਂ, ਦਿੱਲੀ ਜਾ ਕੇ ਧਰਨੇ 'ਤੇ ਬਹਿ ਗਏ ਨੇ। ਕੈਪਟਨ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੰਦਾ, ਜਾਖੜ ਜਾਂਦਾ ਤੇ ਉਹਦਾ ਸਪਾਈ ਉਹਦਾ ਮੋਬਾਈਲ ਬਾਹਰ ਰਖਾ ਲੈਂਦਾ। ਇਹ ਤੇ ਇਹਨਾਂ ਦੀ ਹਾਲਤ ਹੈਗੀ ਹੈ ਤੇ ਦਿੱਲੀ ਸਰਕਾਰ ਨੂੰ ਕੋਸਣ ਲੱਗੇ ਨੇ। ਸ਼ਰਮ ਕਰੋ ਯਾਰ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ, ਪੰਜਾਬ ਦੇ ਲੋਕਾਂ ਦਾ ਸੋਚੋ। ਤੁਸੀਂ ਤਾਂ ਰਾਜਨੀਤੀ ਕਰਨ ਵਾਸਤੇ ਬਹਿ ਗਏ ਉੱਥੇ ਜਾ ਕੇ। ਕਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ, ਉਹ ਡਿਮਾਂਡਾਂ ਜਿਹੜੀਆਂ ਹੈਗੀਆਂ ਨੇ, ਚਾਹੇ ਬਿੱਲ ਰੱਦ ਕਰਾਉਣ ਨੂੰ ਲੈ ਕੇ ਹੋਵੇ, ਚਾਹੇ ਉਹਨਾਂ ਦੀਆਂ ਜਿਹੜੀਆਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੇ, ਕੀ ਲੱਗਦਾ ਕਦੋਂ ਤੱਕ ਹੱਲ ਹੋ ਪਾਉਣਗੀਆਂ? ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਬਹੁਤ ਜਲਦ ਇਹਦਾ ਹੱਲ ਨਿਕਲੇ। ਅਸੀਂ ਸਾਡੇ ਭੈਣ ਭਰਾ ਨੇ ਜਿਹੜੇ ਉੱਥੇ ਇੰਨੀ ਸਰਦੀ 'ਚ ਬੈਠੇ ਨੇ, ਬੜਾ ਦੁੱਖ ਹੈ, ਬਹੁਤ ਠੰਡ ਹੋ ਗਈ, ਮੌਸਮ ਖਰਾਬ ਹੋ ਗਿਆ। ਅਸੀਂ ਚਾਹਾਂਗੇ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਵੈ ਸਾਡੇ ਭੈਣ ਭਰਾ ਵਾਪਸ ਘਰਾਂ ਨੂੰ ਪੁੱਜਣ, ਔਰ ਕੇਂਦਰ ਸਰਕਾਰ ਇਹਨਾਂ ਵਾਸਤੇ ਹਰ ਵੇਲੇ ਦਰਵਾਜ਼ੇ ਖੁੱਲ੍ਹੇ ਨੇ। ਇਹ ਸਵੇਰੇ ਕਹਿਣਗੇ ਸਵੇਰੇ ਗੱਲਬਾਤ ਹੋ ਜਾਏਗੀ, ਔਰ ਲੇਕਿਨ ਇੰਨਾ ਹੈਗਾ ਕਿਸੇ ਅੜੀ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ। ਆਪਾਂ ਸਾਰੇ ਰਲ ਕੇ ਇਸ ਸਮੱਸਿਆ ਦਾ ਹੱਲ ਕੱਢੀਏ, ਕੋਈ ਸਮੱਸਿਆ ਉਸ ਦਾ ਹੱਲ ਕੱਢ ਲਈਏ, ਇੰਨਾ ਮੇਰੀ ਬੇਨਤੀ ਹੈ। ਸੁਖਬੀਰ ਬਾਦਲ ਜਿਹਨੂੰ ਮੈਂ ਸਿਰਫ ਇੰਨਾ ਪੁੱਛਣਾ ਚਾਹਾਂਗਾ ਕਿ 3 ਮਹੀਨੇ ਪਹਿਲਾਂ ਤੁਸੀਂ ਕਿੱਥੇ ਸੀ? 3 ਮਹੀਨੇ ਪਹਿਲਾਂ ਤੁਸੀਂ ਐਸੇ ਬੀਜੇਪੀ ਦੇ ਗੋਗੇ ਗਾਉਂਦੇ ਸੀ। ਇਹਨਾਂ ਕਾਨੂੰਨਾਂ ਦੇ ਹੀ ਤੁਹਾਡੇ ਬਿਆਨ ਸੁਣ ਲਓ, ਸਾਡੀ ਭੈਣ ਹਰਸਿਮਰਤ ਕੌਰ ਦੇ ਬਿਆਨ ਸੁਣ ਲਓ, ਔਰ ਸਾਡੇ ਸਭ ਦੇ ਆਦਰਨੀय ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਸੁਣ ਲਓ 3 ਮਹੀਨੇ ਪਹਿਲਾਂ। ਅੱਜ ਤੁਹਾਡੀ ਜ਼ਮੀਨ ਖਿਸਕੀ ਹੋਈ ਹੈ ਤੇ ਤੁਸੀਂ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ ਐਸਾਂ ਦੀ ਬਿਆਨਬਾਜ਼ੀ ਕਰੋ, ਤੁਹਾਨੂੰ ਸ਼ੋਭਾ ਨਹੀਂ ਦਿੰਦੀ। ਮੇਰੀ ਬੇਨਤੀ ਹੈ ਕਿ ਕਮ ਸੇ ਕਮ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ, ਆਪਣਾ ਪਿਛੋਕੜ ਵੀ ਦੇਖ ਲਵੋ, ਔਰ ਜਿੱਥੇ ਇੰਨਾ ਲੰਬਾ ਸਾਥ ਚੱਲਿਆ ਹੋਵੇ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਮੈਂ ਸਿਰਫ ਇੰਨਾ ਹੀ ਕਹਿਣਾ। ਸੋ ਇਹ ਸਨ ਅਨਿਲ ਸਰੀਨ ਜੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ तमाम ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਜਾਰੀ ਹੈ, ਜਲਦ ਹੀ ਕਿਸਾਨਾਂ ਦਾ ਜਿਹੜਾ ਹੱਲ ਹੈ ਉਹ ਹੋ ਜਾਏਗਾ। ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ, ਇਹਨਾਂ तमाम ਮੁੱਦਿਆਂ ਦੇ ਉੱਤੇ ਬੈਠਕ ਕਰਕੇ ਹੱਲ ਕੱਢਿਆ ਜਾਵੇਗਾ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਲੁਧਿਆਣਾ ਲਾਈਵ।